नाम मिले ता जीवा नानक, नाम मिले ता जीवा, नाम मिले ता जीवा नानक, नाम मिले ता जीवा, नाम मिले ता जीवा नानक, नाम मिले ता जीवा, नाम मिले ता जीवा नानक, नाम मिले ता जीवा। तन मन थीवे हरिया, तन मन थीवे हरिया, तन मन थीवे हरिया, तन मन थीवे हरिया, नाम मिले ता जीवा, नाम मिले ता जीवा नानक, नाम मिले ता जीवा, नाम मिले ता जीवा नानक, नाम मिले ता जीवा। है सर्व कला समरथ राजा, सिर समझ रखदा हक राजा, तेरे अंदर दियो सब जाने, अंदर दियो सब जाने, कुछ मुंह भावे बोली ना, राजे नु अंग संग समझ सदा, तू मना कदे भी डोली ना, राजे नु अंग संग समझ सदा, तू मना कदे भी डोली ना। रौनक मेला लग्या है जी, दिल भी पूरा हैप्पी है जी, जश्न मनाने रल के यारों की पिघौना पैपी है जी, रौनक मेला लग्या है जी, दिल भी पूरा हैप्पी है जी, जश्न मनाने रल के यारों की पिघौना पैपी है जी, आज खुल के डुल डुल के जो करना है बस कर दो, जे नचना है तो यस कर दो, मैं सबनू कहना ऐ खुशियां ऐसे मिस कर दो, जे कह नहीं सकते तो, जे नचना है तो यस कर दो, मैं सबनू कहना ऐ खुशियां ऐसे मिस कर दो, जे कह नहीं सकते तो।
ਇੱਕ ਕਵਿਤਾ ਬੇਟਾ ਨਰਮੂਰ ਬੋਲੂਗਾ। ਮੈਂ ਉਹ ਬੇਟੇ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਕਵਿਤਾ ਲੈ ਕੇ ਇੱਥੇ ਹਾਜ਼ਰ ਹੋਵੇ। 10-15 ਮਿੰਟਾਂ ਵਿੱਚ ਬਕਾਇਦਾ ਤੌਰ ਤੇ ਐਸਡੀਐਮ ਸਾਹਿਬ ਨੂੰ ਪਹੁੰਚ ਜਾਣਾ ਹੈ, ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਉਹਨਾਂ ਦੀ ਉਸ ਸਮੇਂ ਤੋਂ ਇਹ ਸੋਚ ਸੀ, ਉਸ ਸਮੇਂ ਤੋਂ ਅੱਜ ਤੱਕ ਪਤਾ ਨਹੀਂ ਕਿੰਨੇ ਵਰੇ ਬੀਤ ਗਏ ਹਨ। ਉਸ ਸਮੇਂ ਤੋਂ ਅੱਜ ਤੱਕ ਦਾ ਸਾਡੇ ਵਿੱਚ ਕੋਈ ਸੁਧਾਰ ਨਹੀਂ ਆਇਆ। ਅਸੀਂ ਉਹਨਾਂ ਦੀਆਂ ਬਾਣੀਆਂ ਬੇਸ਼ੱਕ ਪੜ੍ਹਦੇ ਹਾਂ ਪਰ ਕਦੇ ਅਮਲ ਨਹੀਂ ਕਰਦੇ। ਮੈਂ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਬਦੌਲਤ ਇਹ ਸੈਂਟਰ, ਜਿਨ੍ਹਾਂ ਦੀ ਬਦੌਲਤ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਮੈਡਮ NRA ਮੈਡਮ, ਉਹਨਾਂ ਵਾਸਤੇ ਇੱਕ ਕਵਿਤਾ ਲਿਖੀ ਹੈ। ਪਹਿਲਾਂ 4 ਲਾਈਨਾਂ ਉਸ ਕਵਿਤਾ ਦੀਆਂ ਬੋਲਾਂਗਾ, ਉਸ ਤੋਂ ਬਾਅਦ ਮੈਂ ਆਪਣੀ ਇਸ ਪ੍ਰੋਗਰਾਮ ਵਾਲੀ ਕਵਿਤਾ ਆਪ ਜੀ ਦੇ ਅੱਗੇ ਰੂਬਰੂ ਕਰਾਂਗਾ। ਪਰਉਪਕਾਰੀਤਾ ਬਹੁਤ ਦੇਖੇ ਪਰ ਕਦੇ ਵੇਖਿਆ ਨਹੀਂ ਤੁਹਾਡੇ ਜਿਹਾ, ਪਰ ਉਪਕਾਰੀਤਾ ਬਹੁਤ ਦੇਖੇ ਪਰ ਕਦੇ ਵੇਖਿਆ ਨਹੀਂ ਤੁਹਾਡੇ ਜਿਹਾ। ਤੁਸੀਂ ਨਿਸ਼ਾਵਰ ਕੀਤਾ ਬਹੁਤ ਕੁਝ, ਉਹ ਸਭ ਦਿੱਤਾ ਜੋ ਵੀ ਸੀ ਕਿਹਾ। ਕਦੋਂ ਦਾ ਸੀ ਫੁਰਨਾ ਉੱਠਿਆ ਪਰ ਰਹਿੰਦਾ ਰਹਿੰਦਾ ਦਿਲ ਵਿੱਚ ਹੀ ਰਿਹਾ। ਕਦੋਂ ਦਾ ਸੀ ਫੁਰਨਾ ਉੱਠਿਆ ਪਰ ਰਹਿੰਦਾ ਰਹਿੰਦਾ ਦਿਲ ਵਿੱਚ ਹੀ ਰਿਹਾ। ਅੱਜ ਮੈਨੂੰ ਹੈ ਮੌਕਾ ਮਿਲਿਆ, ਸੱਚੇ ਦਿਲੋਂ ਕਹਾਂਗਾ ਜੋ ਕੁਝ ਵੀ ਕਿਹਾ। ਸੱਚੇ ਦਿਲੋਂ ਕਹਾਂਗਾ ਜੋ ਕੁਝ ਵੀ ਕਿਹਾ। ਬੱਚਿਆਂ ਲਈ ਟਿਊਸ਼ਨ ਤੇ ਲੇਡੀਜ਼ ਲਈ ਸਿਲਾਈ ਸੈਂਟਰ ਖੋਲਿਆ। ਬੱਚਿਆਂ ਲਈ ਟਿਊਸ਼ਨ ਤੇ ਲੇਡੀਜ਼ ਲਈ ਸਿਲਾਈ ਸੈਂਟਰ ਖੋਲਿਆ। ਦੂਰ ਬੈਠਿਆਂ ਦਾ ਤੁਹਾਡਾ ਜਜ਼ਬਾ ਪਿੰਡ ਵਾਸਤੇ ਜੋ ਬੋਲਿਆ। ਦੂਰ ਬੈਠਿਆਂ ਦਾ ਤੁਹਾਡਾ ਜਜ਼ਬਾ ਪਿੰਡ ਵਾਸਤੇ ਜੋ ਬੋਲਿਆ। ਲੋਕਡਾਊਨ ਚ ਫ੍ਰੀ ਰਾਸ਼ਨ, ਫਿਰ ਰਸਤੇ ਸਸਤੇ ਰਾਸ਼ਨ ਦੀ ਦੁਕਾਨ ਵੀ ਲਾਈ ਸੀ। ਲੋਕਡਾਊਨ ਚ ਫ੍ਰੀ ਰਾਸ਼ਨ, ਫਿਰ ਸਸਤੇ ਰਾਸ਼ਨ ਦੀ ਦੁਕਾਨ ਵੀ ਲਾਈ ਸੀ। ਫਿਰ ਵੀ ਨੂਰ ਨਵਨੂਰ ਨੇ ਪਿੰਡ ਵੱਲੋਂ ਹਲੇ ਤੱਕ ਥੈਂਕਸ ਨਹੀਂ ਬੋਲਿਆ। ਫਿਰ ਵੀ ਨੂਰ ਨਵਨੂਰ ਨੇ ਪਿੰਡ ਵੱਲੋਂ ਹਲੇ ਤੱਕ ਤੁਹਾਨੂੰ ਥੈਂਕਸ ਨਹੀਂ ਬੋਲਿਆ, ਤੁਹਾਨੂੰ ਥੈਂਕਸ ਨਹੀਂ ਬੋਲਿਆ। ਇਹ ਕਵਿਤਾ ਮੈਂ ਮੈਡਮ ਜੀ ਵਾਸਤੇ ਲਿਖੀ ਸੀ, ਜਿਨ੍ਹਾਂ ਦੀ ਬਦੌਲਤ ਜੋ ਸਾਡੇ ਸਰਕਾਰੀ ਸਕੂਲ ਵਾਸਤੇ ਵੀ ਬਹੁਤ ਜੋ ਅੰਦਰੋਂ ਉਹਨਾਂ ਦੇ ਵਾਸਤੇ ਸਕੂਲ ਵਾਸਤੇ ਜੋ ਮੁਹਿੰਮ ਚਲਾ ਰਹੇ ਹਨ, ਬੱਚਿਆਂ ਨੂੰ ਅੱਗੇ ਵਧਾਉਣ ਲਈ, ਬੇਟੀਆਂ ਨੂੰ, ਸਾਡੇ ਪਿੰਡ ਦੇ ਬੱਚੇ ਅੱਗੇ ਵੱਧ ਕੇ ਵੱਡੀਆਂ ਮੁਕਾਮਾਂ ਹਾਸਲ ਕਰਨ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਜਿਨ੍ਹਾਂ ਦੀ ਬਦੌਲਤ ਅੱਜ ਜੋ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਮੈਡਮ CDPO ਜਸਵਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਦੇ ਕਰਕੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਹੁਣ ਮੈਂ ਆਪਣੀ ਕਵਿਤਾ, ਜਿਸ ਦੇ ਮਕਸਦ ਨਾਲ ਮੈਂ ਇੱਥੇ ਆਇਆ ਹਾਂ, ਬੇਟੀਆਂ ਲਈ, ਉਹ ਮੈਂ ਆਪ ਜੀ ਦੇ ਅੱਗੇ ਪੇਸ਼ ਕਰਨ ਜਾ ਰਿਹਾ ਹਾਂ। बेटी माँ है, बहन है, धी है, करता मान है। बेटी माँ है, बहन है, धी है, करता मान है। समाज नू पैदा करने वाली एक नन्ही जान है। समाज नू पैदा करने वाली एक नन्ही जान है। बेटी जिसनू लोग जिम्मेवारी समझदे हन वाधू चही। बेटी जिसनू लोग जिम्मेवारी समझदे हन वाधू चही। कहंदे हन जिसनू चार दीवारी तो बाहर जाना नहीं। जिसनू कहंदे हन चार दीवारी तो बाहर जाना नहीं। बेटी जिसनू लोग मारते ने बेइज्जत उसदी मां दी कुख विच मारते ने। ते घर दी लक्ष्मी नू दाज लई तेल पा के विसारदे ने। ते घर दी लक्ष्मी नू दाज लई तेल पा के साड़दे ने। बेटी जो पढ़ेगी तो अगे दो कुलां नू पढ़ावेगी। बेटी जे पढ़ेगी तो अगे दो कुलां नू पढ़ावेगी। मानसिकता पूरी कर दो कुलां नू अगे वधावेगी। मानसिकता पूरी कर दो कुलां नू अगे वधावेगी। लोकां दी बुरी सोच तो बचाउण दी सोच वड्डी कर उन्हां नू अगे होर वधाउण दी। सोच वड्डी कर उन्हां नू अगे होर वधाउण दी। बेटी चलदी है तद तकदा है जहान सारा। बेटी चलदी है तद तकदा है जहान सारा। जिस तो पैदा हुंदा है सोहना है समाज प्यारा। जिस तो पैदा हुंदा है सोहना है समाज प्यारा। बेटी जननी है, मां है, पैदा करदी है संसार नू। बेटी जननी है, मां है, पैदा करदी है संसार नू। चंगी सोच दी लोड़ है अज मेरे देश इस आजाद नू। हैवानियत दी सोच छड़ इंसानियत अपना लईए। हैवानियत दी सोच छड़ इंसानियत अपना लईए। नूर नवनूर फिर अपने देश नू सोने दी चिड़िया खवा लईए। नूर नवनूर फिर अपने देश नू सोने दी सोने दी चिड़िया खवा लईए। ਉਸ ਤੋਂ ਬਾਅਦ ਅਸੀਂ ਸਾਡੇ ਗਾਵਾਂਗੇ
भाषा दूसरी तरफ कीर्तन स्टेप 2 So इस मेरा छोटा ब्रदर गुरु जो आप सारे को हैंड वॉश का तरीका दस्या है सो मेरे को कोई भुला चुका दी माफी चाहना कद बच के बुला पते वाहिगुरु जी का खालसा श्री वाहिगुरु जी की फतेह। बेटी बचाओ बेटी पढ़ाओ का नारा ਆਪਾਂ ਲੱਗਾ ਹੋਇਆ ਹੈ ਪਰ ਜੋ ਸਮਾਜ ਦੇ ਵਿੱਚ ਭੈੜੇ ਅਫਸਰ ਮਾੜੇ ਅਫਸਰ ਹਨ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਯੂਪੀ ਦੇ ਵਿੱਚ ਮਨੀਸ਼ਾ ਬੱਚੀ ਦੇ ਨਾਲ ਇਹ ਕਰਕੇ ਬਾਅਦ ਵਿੱਚ ਉਹਦਾ ਕਤਲ ਕੀਤਾ ਗਿਆ ਦਰਿੰਦੇ ਘੁੰਮਦੇ ਹਨ ਇਸ ਕਰਕੇ ਧੀਆਂ ਦੇ ਲੇਖਾਂ ਦਾ ਪਤਾ ਨਹੀਂ ਕਿਹੋ ਡਰ ਲੱਗਦਾ ਰਹਿੰਦਾ ਹੈ ਭਾਵੇਂ ਆਪਾਂ ਬਹੁਤ ਅਗਾਂਹ ਵਧੂ ਗਿਆਨਾਂ ਦੇ ਹੋ ਗਏ ਹਾਂ ਅਤੇ ਬੇਟੀਆਂ ਵੀ ਬਹੁਤ ਤਰੱਕੀ ਕਰ ਕਰਕੇ ਵੱਡੇ ਅਫਸਰ BSF ਵਿੱਚ ਪਾਇਲਟ ਤੱਕ ਪਹੁੰਚ ਗਈਆਂ ਹਨ ਪਰ ਜੋ ਸਮਾਜ ਦੇ ਵਿੱਚ ਗੰਦੇ ਅਨਸਰ ਹਨ ਭੈੜੇ ਅਨਸਰ ਹਨ ਉਹਨਾਂ ਦਾ ਵੀ ਯਥਾ ਵਾਧਾ ਹੋ ਰਿਹਾ ਹੈ। ਨਵਜੋਤ ਨੇ ਬਹੁਤ ਹੀ ਭਾਵਪੂਰਤ ਕਵਿਤਾ ਪੇਸ਼ ਕਰਕੇ ਅੱਜ ਦੇ ਜੋ ਹਾਲਾਤ ਹਨ ਉਹਨਾਂ ਬਾਰੇ ਦੱਸਿਆ ਹੈ। ਉਸ ਤੋਂ ਪਹਿਲਾਂ ਨਵਜੋਤ ਨੇ ਇੱਕ ਕਵਿਤਾ ਭੈਣ ਜੀ ਕਮਲਜੀਤ ਕੌਰ ਬਾਰੇ ਬੋਲੀ ਹੈ और ਜਿਹੜਾ ਸਮਾਗਮ ਆਪ ਸਭ ਜਾਣਦੇ ਹੋ ਕਿ ਭੈਣ ਜੀ ਕਮਲਜੀਤ ਕੌਰ ਦੀ ਪਤਨੀ ਵਾਰੀ ਬਾਬਾ ਸਰਦਾਰ ਭਗਤ ਸਿੰਘ ਜੀ ਪਤਨੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਰਦਾਰ ਮਾਨ ਸਿੰਘ ਜੀ ਪਤਨੀ ਉਹਨਾਂ ਦੇ ਨਾਮ ਤੇ ਇੱਕ ਮੂਰਤੀ ਹਾਲ ਮੱਛੀ ਹਾਲ ਬਣਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਹਨ ਅਤੇ ਪਾਸੋਂ ਮੈਨੂੰ ਪਤਾ ਲੱਗਾ ਭੈਣ ਜੀ ਰਮਨ ਨੇ ਤੇ ਭੈਣ ਜੀ ਸ਼ਾਂਤੀ ਨੇ ਦੱਸਿਆ ਕਿ ਆਪਾਂ ਵੀ ਇਹਨਾਂ ਦੇ ਵਿੱਚ ਬਾਲੜੀ ਦਿਵਸ ਜਿਹੜਾ ਇਸ ਸਾਲ ਦੇ ਵਿੱਚ ਮਨਾਉਣ ਜਾ ਰਹੇ ਹਨ ਇਹਨਾਂ ਨੇ ਦਿਨ ਰਾਤ ਕਰਕੇ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਆਪਣੀ ਸਾਰੇ ਯਤਨ ਕੀਤਾ ਹੈ। ਇਹਨਾਂ ਦਾ ਵੀ ਬੜਾ ਧੰਨਵਾਦ ਹੈ ਕਿਉਂਕਿ ਵੱਖ-ਵੱਖ ਸਕੀਮਾਂ ਜੋ ਸਰਕਾਰ ਦੇ ਵੱਲੋਂ ਆਉਂਦੀਆਂ ਹਨ ਇਸ ਤਰ੍ਹਾਂ ਜੋ ਜਾਗਰਤੀ ਬਾਲੜੀ ਦਿਵਸ ਦੇ ਤੌਰ ਤੇ ਪ੍ਰੋਗਰਾਮ ਮਨਾਏ ਜਾਂਦੇ ਹਨ। ਬਹੁਤ ਧੰਨਵਾਦ ਹੈ। ਹੁਣ ਬਹੁਤ ਹੀ ਪਿਆਰੀ ਬੱਚੀ ਜੋ ਆਪਣੇ ਗਵਰਨਮੈਂਟ ਪ੍ਰਾਇਮਰੀ ਸਕੂਲ ਤੋਂ ਪੜ੍ਹ ਕੇ ਹੁਣ ਗਵਰਨਮੈਂਟ ਸੀਨੀਅਰ ਸਕੂਲ ਦੇ ਵਿੱਚ ਪੜ੍ਹ ਰਹੀ ਹੈ। ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਬਹੁਤ ਇੰਟੈਲੀਜੈਂਟ ਹੈ। ਮੈਂ ਬੇਟੀ ਰਾਤ ਨੂੰ ਬੇਨਤੀ ਕਰੂੰਗਾ ਕਿ ਜੋ ਆਪਣਾ ਭਾਸ਼ਣ ਇੱਥੇ ਕਰਨਾ ਹੈ ਉਹ ਆ ਕੇ ਮਾਈਕ ਤੇ ਆਵੇ। ਬੇਟੀ ਰਾਤ ਉਸ ਤੋਂ ਬਾਅਦ ਮੇਰਾ ਪ੍ਰੋਗਰਾਮ ਸਿਖਾਵੇਗਾ ਇਹ ਬੇਟੀ ਵੀ ਬੜੀ ਇੰਟੈਲੀਜੈਂਟ ਹੈ। ਗੁਰੂ ਮਹਾਰਾਜ ਨੇ ਬਹੁਤ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਆਪਣੇ ਪਰਿਵਾਰ ਦਾ ਨਗਰ ਦਾ ਨਾਮ ਰੋਸ਼ਨ ਕਰੇ। ਬੇਟੀ ਰਾਤ ਆਪ ਜੀ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। मेहमान के मेरे प्यारे विद्यार्थी साथियों सारिਆਂ ਨੂੰ इंटरनेशनल गर्ल्स डे का बहुत बहुत मुबारक। मैं आप जी के बारे इस बारे में अपने विचार साझे करने जा रही हूँ। टी शब्द ममता का एहसास कलेजे ਨੂੰ ਖਾਣ ਵਾਲਾ ਸ਼ਰਮ ਤੇ ਹਿਆ ਨੂੰ ਸਿਖਾਉਣ ਵਾਲਾ ਹੈ। ਜਿਸ ਵੇਲੇ ਧੀ ਨਹੀਂ ਉਸ ਵੇਲੇ ਦੀ ਕੋਈ ਸੁੱਖ ਨਹੀਂ ਮਨਾਉਣ ਵਾਲਾ। ਪੁੱਤਰ ਉਸ ਵੇਲੇ ਨੂੰ ਤਾਂ ਵੰਡ ਸਕਦੇ ਹਨ ਪਰ ਮਾਪਿਆਂ ਦਾ ਦੁੱਖ ਵੰਡਾਉਣਾ ਦੂਰ ਦੀ ਗੱਲ ਹੁੰਦੀ ਜਾ ਰਹੀ ਹੈ।
ਆਏ ਹਨ। ਦੁਬਾਰਾ ਫਿਰ ਮੈਂ ਐਸਡੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜੀ ਆਇਆਂ ਨੂੰ ਕਹਿੰਦਾ ਹਾਂ, ਕਿਉਂਕਿ ਆਪਾਂ ਉਹਨਾਂ ਨੇ ਇਸ ਬਾਲੜੀ ਦਿਵਸ ਤੇ ਆਪ ਨੂੰ ਸੰਬੋਧਨ ਕਰਨਾ ਹੈ। ਉਸ ਤੋਂ ਪਹਿਲਾਂ ਮੈਂ ਮੈਡਮ ਜਸਵਿੰਦਰ ਕੌਰ ਜੀ ਸੀਨੀਅਰ ਤੇ ਮੈਡਮ ਉਹਨਾਂ ਨੂੰ एमएलए साहब ਅਤੇ ਐਸਡੀਪੀਓ ਮੈਡਮ ਜੀ, ਮੈਂ ਆਪਣੇ ਪਿੰਡ ਵਾਸੀਆਂ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੀ ਹਾਂ। ਆਓ ਜੀ, ਆਓ ਜੀ, ਆਓ ਜੀ, ਆਓ ਜੀ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ। ਧੰਨ ਭਾਗ ਨੇ ਸਾਡੇ ਅੱਜ ਦਰਸ਼ਨ ਹੋਏ ਤੁਹਾਡੇ, ਧੰਨ ਭਾਗ ਨੇ ਸਾਡੇ ਅੱਜ ਦਰਸ਼ਨ ਹੋਏ ਤੁਹਾਡੇ। ਅਸੀਂ ਕਹਿੰਦੇ ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ। ਬੜੇ ਪਿਆਰੇ ਲੱਗਦੇ ਹੋ, ਚਮਕਾਰੇ ਲੱਗਦੇ ਹੋ, ਬੜੇ ਪਿਆਰੇ ਲੱਗਦੇ ਹੋ, ਚਮਕਾਰੇ ਲੱਗਦੇ ਹੋ। ਅਸੀਂ ਕਹਿੰਦੇ ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ। ਆਏ ਬਣ ਕੇ ਮਹਿਮਾਨ ਤੁਸੀਂ ਕੀਤਾ ਐਲਾਨ, ਆਏ ਬਣ ਕੇ ਮਹਿਮਾਨ ਤੁਸੀਂ ਕੀਤਾ ਐਲਾਨ। ਅਸੀਂ ਕਹਿੰਦੇ ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ। ਤੁਸੀਂ ਵੇੜੇ ਸਾਡੇ ਆਏ, ਤੁਸੀਂ ਵੇੜੇ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ। ਤੁਸੀਂ ਵੇੜੇ ਸਾਡੇ ਆਏ, ਤੁਸੀਂ ਫੁੱਲੇ ਨਾ ਸਮਾਏ। ਅਸੀਂ ਕਹਿੰਦੇ ਆਓ ਜੀ, ਜੀ ਆਇਆਂ ਨੂੰ, 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 ਆਓ ਜੀ, ਜੀ ਆਇਆਂ ਨੂੰ। ਧੰਨਵਾਦ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨ ਮਾਨਯੋਗ ਐਸਡੀਐਮ ਸਾਹਿਬ ਸ਼੍ਰੀ ਵਿਰਾਜ ਜੀ ਆਈਏਐਸ ਜੀ ਦਾ ਮੈਂ ਆਪਣੇ ਸਿਵਲ ਦਫ਼ਤਰ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਾਇਮਰੀ ਸਕੂਲ ਦੇ ਸਟਾਫ ਵੱਲੋਂ ਅਤੇ ਸਮੂਹ ਆਂਗਨਵਾੜੀ ਵਰਕਰਸ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੀਆਂ, ਵੈਲਕਮ ਕਹਿੰਦੀਆਂ, ਜਿਨ੍ਹਾਂ ਨੇ ਆਪਣਾ ਬਹੁਤ ਹੀ ਰੁਝੇਵੇਂ ਭਰੇ ਟਾਈਮ ਵਿੱਚੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਸਾਡੇ ਇਸ ਪਿੰਡ ਦੀ ਗ੍ਰਾਮ ਪੰਚਾਇਤ, ਸਾਡੇ ਸਰਪੰਚ ਸਾਹਿਬ ਤੇ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਸਰਪੰਚ ਸਰਦਾਰ ਸਤਵਿੰਦਰ ਸਿੰਘ, ਨੰਬਰਦਾਰ ਸਰਦਾਰ ਬੂਟਾ ਸਿੰਘ ਜੀ, ਸਰਦਾਰ ਇਕਬਾਲ ਸਿੰਘ, ਇਸ ਤੋਂ ਇਲਾਵਾ ਸਾਡੇ ਪਿੰਡ ਦੇ ਸਮੂਹ ਨਗਰ ਵਾਸੀ ਜਿਹੜੇ ਵੀ ਇੱਥੇ ਆਏ ਆ, ਆਪਣਾ ਟਾਈਮ ਉਹਨਾਂ ਨੇ ਕੱਢਿਆ, ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਸਾਡੇ ਪ੍ਰੈਸ ਰਿਪੋਰਟਰਸ ਜਿਨ੍ਹਾਂ ਨੇ ਸਾਡੇ ਮੈਸੇਜ ਨੂੰ ਸਾਰੇ ਜਨਤਾ ਤੱਕ ਪਹੁੰਚਾਉਣਾ, ਉਹਨਾਂ ਨੇ ਆਪਣਾ ਟਾਈਮ ਕੀਮਤੀ ਸਮਾਂ ਕੱਢਿਆ। ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਹੀ ਧੰਨਵਾਦ ਕਰਦੀ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੀ ਹਾਂ। ਤੇ ਇਹ ਜੋ ਸਾਡਾ ਜੋ ਪ੍ਰੋਗਰਾਮ ਹੈ ਆਪਣਾ ਇੰਟਰਨੈਸ਼ਨਲ ਗਰਲਸ ਡੇ, ਉਸੇ ਸੰਬੰਧ ਵਿੱਚ ਅਸੀਂ ਇਕੱਤਰ ਹੋਏ ਹਾਂ ਕਿਉਂਕਿ बेटी जो है एक औरत प्यार ममता कुर्बानी के त्याग की मूर्त है। औरत इस समाज की बीज रूपी इकाई है। संसार की उत्पत्ति और विकास जे परमात्मा के हाथ विच है तो जगत का आदि के अंत इस नाल जुड़िया हुआ है। ये विधाता का नूर है, कवियों की प्रेरणा है और गुरुआं पीरां पैगंबरां नूं इसने जन्म दिता है। पर इसके बावजूद भी आप इसका सत्कार जो इसनों मिलना चाहिए है वो इसी नहीं दे रहे। श्री गुरु नानक देव जी का फरमान है, सो क्यों मंदा आखिए जित जमे राजान। जिन्होंने श्री गुरु नानक देव जी ने कहा कि असीं इसनूं क्यों मंदा आखदे हां, जे
ਜਨਮ ਦਿੱਤਾ। ਤੇ ਇਸੇ ਤਰ੍ਹਾਂ ਸਮੇਂ-ਸਮੇਂ ਤੇ ਸਾਡੇ ਭਗਤ ਕਬੀਰ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਰਵਿਦਾਸ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਨੇਕਾਂ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ ਇਸ ਦੇ ਖਿਲਾਫ ਕੀਤੇ ਜਾ ਰਹੇ ਜ਼ੁਲਮ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਔਰਤ ਨੂੰ ਉੱਚਾ ਚੱਕਣ ਦੇ ਲਈ ਵੱਧ ਚੜ੍ਹ ਕੇ ਉਹਨਾਂ ਨੂੰ ਅਧਿਕਾਰ ਦਿੱਤੇ, ਉਹਨਾਂ ਨੂੰ ਲੜਕਿਆਂ ਦੇ ਬਰਾਬਰ ਸਮਾਨਤਾ, ਪੜ੍ਹਾਈ ਦਾ ਅਧਿਕਾਰ ਜਿਹੜਾ ਹੈ, ਵਿੱਦਿਆ ਦਾ ਅਧਿਕਾਰ ਲੈ ਕੇ ਦਿੱਤਾ, ਤਾਂ ਕਿ ਇੱਕ ਔਰਤ ਜੋ ਹੈ ਉਹ ਆਪਣਾ ਵੱਧ ਚੜ੍ਹ ਕੇ ਸਮਾਜ ਦੇ ਵਿੱਚ ਲੜਕਿਆਂ ਦੇ ਬਰਾਬਰ ਆਪਣੀ ਜਗ੍ਹਾ ਬਣਾ ਸਕੇ। ਅੱਜ ਜੋ ਅਸੀਂ ਪ੍ਰੋਗਰਾਮ ਹੈ, ਇਸ ਲਈ ਅੱਜ ਸਾਨੂੰ ਮਾਨਯੋਗ ਡੀਸੀ ਮੈਡਮ ਅਤੇ ਸ਼੍ਰੀਮਤੀ ਸ਼ੀਨਾ ਅਗਰਵਾਲ ਜੀ ਅਤੇ ਆਪਣੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਹੀਦ ਭਗਤ ਸਿੰਘ ਨਗਰ, ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਆਪਾਂ ਇੰਟਰਨੈਸ਼ਨਲ ਡੇਜ਼ ਜਿਹੜਾ ਗਰਲਸ ਡੇ ਹੈ ਉਹ ਮਨਾਉਣ ਜਾ ਰਹੇ ਹਾਂ। ਪਲੀਜ਼ ਬੱਚੋ ਚੁੱਪ ਕਰ ਜਾਓ। ਇਸ ਪਿੰਡ ਵਿੱਚ ਜ਼ੀਰੋ ਤੋਂ ਇਸ ਪ੍ਰੋਗਰਾਮ ਨੂੰ ਮਨਾਉਣ ਦੀ ਇਸ ਪਿੰਡ ਵਿੱਚ ਕਿਉਂ ਲੋੜ ਪਈ? ਕਿਉਂਕਿ ਇਸ ਪਿੰਡ ਵਿੱਚ 0 ਤੋਂ 6 ਸਾਲ ਦੀਆਂ ਲੜਕੀਆਂ ਜਿਹੜੀਆਂ ਹੈ ਉਹ ਮੇਲ 66 ਨੇ ਤੇ ਫੀਮੇਲ 55 ਨੇ। ਤੇ ਇਸ ਤਰ੍ਹਾਂ 0 ਤੋਂ 6 ਸਾਲ ਦੀ ਜਿਹੜੀ ਸੈਕਸ ਰੇਸ਼ੋ ਹੈ ਉਹ 833 ਹੈ। ਤੇ ਜੋ ਜਨਵਰੀ ਤੋਂ ਹੁਣ ਤੱਕ ਜੋ ਬੱਚੇ ਨੇ ਜਨਮ ਲਿਆ ਹੈ, ਤੁਹਾਡੇ ਪਿੰਡ ਦੇ ਵਿੱਚ 9 ਲੜਕੇ ਤੇ 5 ਲੜਕੀਆਂ ਨੇ ਜਨਮ ਲਿਆ ਹੈ, ਜਿਹਦੇ ਨਾਲ ਸੈਕਸ ਰੇਸ਼ੋ ਜਿਹੜੀ ਹੈਗੀ ਆ 555 ਬਣਦੀ ਆ। ਇਸ ਲਈ ਆਪਣੇ ਇਸ ਪਿੰਡ ਦੇ ਵਿੱਚ ਸੈਕਸ ਰੇਸ਼ੋ ਘੱਟ ਹੈ, ਇਸ ਕਰਕੇ ਆਪਾਂ ਜਿਹੜਾ ਹੈ ਇਹ ਨਿਰਣਾ ਕੀਤਾ ਕਿ ਇਸ ਪਿੰਡ ਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਗਰਾਮ ਕਰਵਾਇਆ ਜਾਵੇ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵੱਲੋਂ 11 ਅਕਤੂਬਰ 2012 ਨੂੰ ਇੰਟਰਨੈਸ਼ਨਲ ਡੇ ਆਫ ਗਰਲਸ ਚਾਈਲਡ ਮਨਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਸਾਲ ਦਾ ਜੋ ਥੀਮ ਹੈ ਉਹ ਹੈ ਗਰਲ ਚਾਈਲਡ ਇਜ਼ ਮਾਈ ਵੌਇਸ ਮਾਈ ਇਕੁਅਲ ਫਿਊਚਰ। ਕਿ ਜਿਹੜੇ ਗਰਲ ਚਾਈਲਡ ਹੈ ਉਹ ਸਾਡੀ ਇੱਕ ਹੀ ਸਾਡੀ ਆਵਾਜ਼ ਜੋ ਹੈ ਕਿਸ ਨੂੰ ਬਰਾਬਰ ਫਿਊਚਰ ਦੇ ਵਿੱਚ ਅਧਿਕਾਰ ਦਿੱਤੇ ਜਾਣ। ਇਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਲੜਕੀਆਂ ਭਵਿੱਖ ਵਿੱਚ ਅੱਗੇ ਵਧ ਸਕਦੀਆਂ ਹਨ। ਦੂਸਰਾ ਹੈ ਕਿ ਲੜਕੀਆਂ ਦੇ ਅਧਿਕਾਰਾਂ ਨੂੰ ਪਹਿਚਾਨਣਾ, ਉਹਨਾਂ ਨੂੰ ਆਉਣ ਵਾਲੀਆਂ ਰੁਕਾਵਟਾਂ ਨੂੰ ਰੋਕਣਾ, ਲੜਕੀਆਂ ਦਾ ਸ਼ਕਤੀਕਰਨ ਕਰਨਾ, ਉਹਨਾਂ ਨੂੰ ਸਮਾਜ ਵਿੱਚ ਬਰਾਬਰ ਮਨੁੱਖੀ ਅਧਿਕਾਰ, ਸਿੱਖਿਆ ਦਾ ਅਧਿਕਾਰ, ਸਮਾਨਤਾ ਅਤੇ ਸਨਮਾਨ ਅਤੇ ਸਿਹਤ ਸਹੂਲਤਾਂ ਦੇ ਕੇ ਉਹਨਾਂ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਉਣ ਦੇ ਲਈ ਸਾਨੂੰ ਇਹੀ ਪ੍ਰਣ ਅਸੀਂ ਕਰਨਾ ਆ ਕਿ ਲੜਕੀਆਂ ਨੂੰ ਵੀ ਬਰਾਬਰ ਅਧਿਕਾਰ ਦਿੱਤੇ ਜਾਣ, ਉਹਨਾਂ ਨੂੰ ਉੱਚਾ ਚੁੱਕਿਆ ਜਾਵੇ, ਤਾਂ ਕਿ ਭਵਿੱਖ ਦੇ ਵਿੱਚ ਸਾਡਾ ਜੋ ਦੇਸ਼ ਹੈ ਉਹਦੇ ਨਿਰਮਾਣ ਕਰਨ ਦੇ ਵਿੱਚ, ਉਹਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਨੂੰ ਮਨਾਉਣ ਦੀ ਜ਼ਰੂਰਤ ਪਈ ਕਿਉਂ ਕਿ ਅੱਜ ਵੀ ਦੇਸ਼ ਅੰਦਰ ਲੜਕੀਆਂ ਦੇ ਮੁਕਾਬਲੇ ਜਿਹੜੇ ਹੈ ਪਿੱਛੇ ਚੱਲ ਰਹੀਆਂ ਹਨ। ਉਹਨਾਂ ਦੇ ਅਧਿਕਾਰਾਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਅੱਜ ਵੀ ਲੜਕੀਆਂ ਦੇ ਮੁਕਾਬਲੇ ਉਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ। ਦੇਸ਼ ਦੇ ਅੰਦਰ ਵੱਖ-ਵੱਖ ਥਾਂ ਵਿੱਚ ਹੋ ਰਿਹਾ ਹੈ। ਅਜੇ ਵੀ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ
ਲੜਕੇ ਜਿਹੜੇ ਹੈਗੀਆਂ ਲੜਕੀਆਂ ਵੀ ਚਲੇ ਜਾਂਦੀਆਂ ਆ ਉਹਨਾਂ ਦਾ ਮੇਨ ਮੋਟੋ ਇਹ ਹੁੰਦਾ ਕਿ ਘੱਟੋ ਘੱਟ ਉਹਨਾਂ ਨੂੰ ਉੱਥੇ ਜਾ ਕੇ ਖਾਣ ਨੂੰ ਅੱਛਾ ਮਿਲੇਗਾ ਭਾਵੇਂ ਉੱਥੇ ਵੀ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਅੱਜ ਕੀ ਲੋੜ ਹੈ ਸਾਨੂੰ ਇੱਕ ਅਸੀਂ ਬੈਟਰ ਫਿਊਚਰ ਲੜਕੀਆਂ ਦਾ ਤਾਂ ਹੀ ਬਣਾ ਸਕਦੇ ਹਾਂ ਜੇਕਰ ਇੱਕ ਲੜਕੀ ਪੜ੍ਹੀ ਲਿਖੀ ਹੋਏਗੀ ਕਿਉਂਕਿ ਇੱਕ ਪੜ੍ਹੀ ਲਿਖੀ ਔਰਤ ਜਿਹੜੀ ਹੈਗੀ ਆ ਉਹ ਆਪਣੇ ਪਰਿਵਾਰ ਦਾ ਸਮਾਜ ਦਾ ਅਤੇ ਦੇਸ਼ ਦਾ ਨਿਰਮਾਣ ਚੰਗੀ ਤਰ੍ਹਾਂ ਕਰ ਸਕਦੀ ਆ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਸਹੀ ਕਰ ਸਕਦੀ ਆ। ਕਈ ਵਾਰੀ ਆਪਾਂ ਆਮ ਸਾਡੀ ਜਨਤਾ ਦਾ ਇਹ ਵਿਚਾਰ ਹੈਗਾ ਕਿ ਇੱਕ ਲੜਕੀ ਨੂੰ ਅਸੀਂ ਜ਼ਿਆਦਾ ਪੜ੍ਹਾ ਕੇ ਕੀ ਕਰਨਾ 10+2 ਕਰਾਈ ਘਰ ਬਿਠਾ ਲਿਆ ਅਸੀਂ ਬੱਚੇ ਨੂੰ ਦੂਜੀ ਡਿਸਟ੍ਰਿਕਟ 'ਚ ਨਹੀਂ ਪੜ੍ਹਾ ਕੇ ਭੇਜਣਾ ਸਾਡੀ ਅਜੇ ਵੀ ਸੋਚ ਜਿਹੜੀ ਹੈਗੀ ਆ ਉਹ ਪਿੱਛੇ ਆ। ਪਰ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਲੜਕੀ ਨੂੰ ਅਸੀਂ ਇਹਨੇ ਸਹੁਰੇ ਘਰ ਜਾ ਕੇ ਸਾਡਾ ਕੀ ਕਰਨਾ ਆ ਉਹਨਾਂ ਨੂੰ ਕਮਾ ਕੇ ਦੇਣਾ ਆ ਜਾਂ ਅਸੀਂ ਬਹੁਤਾ ਲੜਕੀ ਤੇ ਪੈਸਾ ਨਹੀਂ ਲਗਾਉਣਾ ਇਹ ਸੋਚ ਜਿਹੜੀ ਹੈਗੀ ਆ ਮਾੜੀ ਆ ਕਿਉਂਕਿ ਪਹਿਲਾਂ ਜਿਹੜਾ ਬੰਦਾ ਇੱਕ ਸਿੱਖਿਅਤ ਲੜਕੀ ਉਹਦੇ ਨੌਕਰੀ ਕਰਨ ਦਾ ਕੋਈ ਜ਼ਿਆਦਾ ਮਿਹਨਤ ਨਹੀਂ ਰੱਖਦਾ ਇੱਕ ਪੜ੍ਹੀ ਲਿਖੀ ਔਰਤ ਜਿਹੜੀ ਹੈਗੀ ਆ ਉਹ ਆਪਣਾ ਕਿਸੇ ਤੋਂ ਵੀ ਆਪਣਾ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਆ ਕਿ ਚੀਟਿੰਗ ਨਹੀਂ ਕਰਵਾ ਕਰ ਸਕਦੀ ਕਿਸੇ ਕੋਲ ਵੀ ਮੈਂ ਚੀਟਿੰਗ ਨਹੀਂ ਕਰ ਸਕਦਾ ਦੂਸਰਾ ਪਰਿਵਾਰ ਨੂੰ ਆਪਣੇ ਨੂੰ ਵਧੀਆ ਸਿੱਖਿਆ ਦੇਵੇਗੀ ਤੀਸਰਾ ਆਪਣਾ ਅੱਛੀ ਸੋਚ ਰੱਖੇਗੀ ਤਾਂ ਉਹਦਾ ਪਰਿਵਾਰ ਅੱਗੇ ਵਧੂਗਾ ਜੇ ਪਰਿਵਾਰ ਅੱਗੇ ਵਧੂਗਾ ਤਾਂ ਸਮਾਜ ਅੱਗੇ ਵਧੂਗਾ ਸਮਾਜ ਅੱਗੇ ਵਧੂਗਾ ਤਾਂ ਦੇਸ਼ ਅੱਗੇ ਵਧੂਗਾ। ਇਸ ਲਈ ਇਸ ਇੱਕ ਲੜਕੀ ਜਿਹੜੀ ਪੜ੍ਹੀ ਲਿਖੀ ਹੈ ਉਹ ਵੱਧ ਤੰਦਰੁਸਤ ਹੋਏਗੀ ਕਮਾਏਗੀ ਵੱਧ ਘਰ ਬਾਹਰ ਵੱਧ ਜਿਹੜੀ ਹੈਗੀ ਆ ਘਰ ਤੋਂ ਬਾਹਰ ਦਾ ਵੱਧ ਧਿਆਨ ਰੱਖੇਗੀ ਘੱਟ ਬੱਚੇ ਪੈਦਾ ਕਰੇਗੀ ਉਹਨੂੰ ਪਤਾ ਹੋਏਗਾ ਕਿ ਫੈਮਿਲੀ ਪਲੈਨਿੰਗ ਦੀ ਕੀ ਇੰਪੋਰਟੈਂਸ ਹੈ। ਇਸ ਦੇ ਲਈ ਉਹ ਵੱਧ ਉਮਰ ਵਿੱਚ ਵਿਆਹ ਕਰਵਾਏਗੀ ਛੋਟੀ ਉਮਰ 'ਚ ਹੀ ਵਿਆਹ ਕਰਾਏਗੀ ਤਾਂ ਉਹਦੇ ਨਾਲ ਜਿਹੜੀ ਹੈਗੀ ਆ ਆਪਣੇ ਮਾਲ ਨਿਊਟ੍ਰੀਸ਼ਨ ਔਰ ਜਿਹੜੀ ਹੈਗੀ ਆ ਮੌਤ ਦਰ ਜਿਹੜੀ ਹੈਗੀ ਆ ਬੱਚਿਆਂ ਦੀ ਤੇ ਇੱਕ ਔਰਤ ਦੀ ਮੌਤ ਦਰ ਦੇ ਵਿੱਚ ਉਹਦੇ ਵਿੱਚ ਫਰਕ ਪਏਗਾ। ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਸਾਰੇ ਕਹਿੰਦੇ ਆ ਕਿ ਅਤਿਆਚਾਰ ਹੋ ਰਿਹਾ ਉਹ ਰਿਸਪਾਂਸਿਬਲ ਫਾਰ ਦਿਸ ਵੀ ਆਰ ਰਿਸਪਾਂਸਿਬਲ ਅਸੀਂ ਰਿਸਪਾਂਸਿਬਲ ਆ ਅਸੀਂ ਇੱਕ ਦੂਜੇ ਤੇ ਬਲੇਮ ਕਰਦੇ ਆ ਕਿ ਜਿਹੜੇ ਕਿ ਫਲਾਣਾ ਜਿਹੜਾ ਹੈ ਬੰਦੇ ਨੂੰ ਅਤਿਆਚਾਰ ਕੀਤਾ ਉਹ ਸਾਡੇ ਸਮਾਜ ਦਾ ਇੱਕ ਹਿੱਸਾ ਹਨ। ਅਸੀਂ ਜਦੋਂ ਅਸੀਂ ਦਾਜ ਲੈਂਦੇ ਆ ਦਾਜ ਦਿੰਦੇ ਆ ਜਦੋਂ ਅਸੀਂ ਆਪਣੀ ਸਾਰੇ ਇਹ ਸੋਚ ਚੇਂਜ ਕਰ ਲਈਏ ਕਿ ਅਸੀਂ ਨਾ ਦਾਜ ਲੈਣਾ ਨਾ ਦਾਜ ਦੇਣਾ ਜਿਹਦੇ ਕਰਕੇ ਸਾਡਾ ਜਿਹੜਾ ਹੈਗਾ ਸਮਾਜ ਜਿਹੜਾ ਹੈਗਾ ਉਹ ਲੜਕੀਆਂ ਨੂੰ ਬਹੁਤ ਸਮਝਦਾ ਕਿ ਲੜਕੀ ਪੈਦਾ ਹੋ ਗਈ ਸਾਨੂੰ ਦਾਜ ਦੇਣਾ ਪੈਣਾ ਇਹਨੂੰ ਪੜ੍ਹਾਉਣਾ ਪੈਣਾ। ਇਸ ਦੇ ਲਈ ਲੋੜ ਹੈ ਆਪਣੀ ਸੋਚ ਨੂੰ ਬਦਲਣ ਦੇ ਲਈ ਘਰੇਲੂ ਹਿੰਸਾ ਹੋ ਰਹੀ ਹੈ। ਘਰੇਲੂ ਹਿੰਸਾ ਕੌਣ ਕਰਦਾ ਆ ਅਸੀਂ ਕਰਦੇ ਹਾਂ ਅਸੀਂ ਸਰਕਾਰ ਨੂੰ ਨਹੀਂ ਬਲੇਮ ਕਰ ਸਕਦੇ ਅਸੀਂ ਪਰਿਵਾਰ ਦੇ ਵਿੱਚ ਘਰੇਲੂ ਹਿੰਸਾ ਕਰਦੇ ਹਾਂ ਅਸੀਂ ਆਪਣੀ ਔਰਤ ਦੀ ਘਰੇਲੂ ਹਿੰਸਾ ਕਰਦੀ ਆ। ਇਸ ਦੇ ਲਈ ਇਸ ਸਾਰੇ ਦੇ ਲਈ ਅਸੀਂ ਜ਼ਿੰਮੇਵਾਰ ਆ। ਸਰੀਰਕ ਸ਼ੋਸ਼ਣ ਹੋ ਰਿਹਾ ਆ ਕੌਣ ਕਰਦਾ ਆ ਅਸੀਂ ਕਰਦੇ ਆ ਸਾਡਾ ਸਮਾਜ ਕਰਦਾ ਆ। ਇਸ ਦੇ ਲਈ ਜਦ ਤੱਕ ਅਸੀਂ ਆਪਣੀ ਜਿਹੜੀ ਮਾੜੀ ਸੋਚ ਆ ਉਹਨੂੰ ਨਹੀਂ ਬਦਲ ਲੈਂਦੇ ਉਦੋਂ ਤੱਕ ਅਸੀਂ ਬਿਲਕੁਲ ਤਰੱਕੀ ਨਹੀਂ ਕਰ ਸਕਦੇ। ਸਾਡੀਆਂ ਲੜਕੀਆਂ ਬਿਲਕੁਲ ਨਹੀਂ ਤਰੱਕੀ ਕਰ ਸਕਦੀਆਂ ਅਸੀਂ ਇਹਨਾਂ ਨੂੰ ਪੜ੍ਹਾਉਣ ਲਈ ਦੂਰ ਨਹੀਂ ਭੇਜ ਸਕਦੇ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਹੈਗਾ ਆਪਣੀ ਸੋੜੀ ਤੇ ਮਾੜੀ ਮਾਨਸਿਕਤਾ ਨੂੰ ਚੇਂਜ ਕਰੀਏ। ਜਦੋਂ ਅਸੀਂ ਆਪਣੀ ਸੋਚ ਨੂੰ ਚੇਂਜ ਕਰ ਲਾਂਗੇ ਤਾਂ ਅਸੀਂ ਜਿਹੜਾ ਲੜਕੀਆਂ ਨੂੰ ਉਹਨਾਂ ਦਾ ਜੋ ਵੀ ਅਧਿਕਾਰ ਹੋਇਆ ਉਹਨਾਂ ਨੂੰ ਲੈ ਕੇ ਦੇ ਸਕਦੇ ਹਾਂ। ਇਸ ਕਰਕੇ ਲੋੜ ਹੈ ਕਿ ਅਸੀਂ ਉਹਨਾਂ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਨਾ ਬਣੀਏ ਉਹਨਾਂ ਦਾ ਸਹਿਯੋਗ ਕਰੀਏ। ਇਸ ਤੋਂ ਇਲਾਵਾ ਮੈਂ ਆਪਣੇ ਵਿਭਾਗ ਵੱਲੋਂ ਸਮੂਹ ਸਟਾਫ ਵੱਲੋਂ ਪਿੰਡ ਵਾਸੀਆਂ ਵੱਲੋਂ ਸਪੈਸ਼ਲ ਐਨਆਰਆਈ ਮੈਡਮ ਸ਼੍ਰੀਮਤੀ ਕਮਲਜੀਤ ਕੌਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ ਵਿੱਚ ਕਰਨ ਦੇ ਲਈ ਉਹਨਾਂ ਦੀ ਮਿਹਨਤ ਸਦਕਾ ਇਹ ਜਿਹੜਾ ਰਾਹ ਵਾਧੂ ਦੀ ਸੋਚ
ਥੈਂक्स बहुत बहुत सारे बहुत ही विस्तार के नाल बच्चों की पढ़ाई के संबंध में विस्तार के नाल करना पाया है। क्यों इस नगर को चुनिया गया है क्योंकि इत्थे लड़कियों के मुकाबले लड़कियों का अनुपात घट है और होर भी उन्होंने जो सारे संसार का लक्ष्य अपने सामने पेश किया है। मैडम जी का बहुत धन्यवाद। मैं SDM साहब की उन्होंने ध्यान में एक गल लियानी चाहता हाँ कि जोड़े हाल के अज आप प्रोग्राम कर रहे हैं कि कमरजीत कौर पच्चू भगत सिंह पच्चू कनेडा निवासी उन्होंने परिवार के वालों अपनी किरत कमाई को सफल करदे हुए हाल बनाया है। इत्थे बच्चों को ट्यूशन फ्री पढ़ाई जाती है और जो सरकारी समागम या धार्मिक समागम हैं वो भी बढ़ चढ़ के हिस्सा पाते हैं। उन्होंने एको ही मंशा है कि मेरा नगर जोड़ा वो अगांह होवे, इत्थे लड़कियां पढ़ लिख के अपने देश का अपने पिंड का नाम रोशन कर। एक समस्या मैं आप जी के ध्यान में छोड़ लियानी चाहता हाँ कि मुकालपुर तो लैके जो झिंगड़ा वाली सड़क है वो तकरीबन 20 साल हो गए बड़ी नूं। जदों SDO साहब नाल गल की जाती है वो कभी मंगलवार को कभी बुधवार को काम शुरू हो जाना है। घट्टो घट्ट साल कदारा लाने हो गया। सरदार सतवीर सिंह जी भली जी की उन्होंने ध्यान में भी लिया सी। सरदार सुखजिंदर सिंह जी साडे प्रेस रिपोर्टर बैठे हैं। इन्होंने SDO साहब ने गल की कहते मेरा कहना इस गल महीना हो गया मैं बुधवार को काम शुरू कर देना हाँ प्लीज 20 साल हो गए सड़क बनी नूं कई दुर्घटनावां के नाल बंदियां की मौत भी हुई है। कृपा करके साडे इस मसले का हल जरूर करो। एक बेनती होर है कि पिंड दे विच स्ट्रीट लाइटां जो MP साहब जी के कोटे के विचों या DC साहब जी के हुक्मां के मुताबिक लग सकदियां होण वो लाउण। ग्रांटां दे संबंधी सरदार सतवीर सिंह जी उन्होंने पिछली बार इत्थे आए सन। उन्होंने ऐलान भी किया सी भी 19 लाख रुपया बाहरली फैमिली के वास्ते आप जी को सैंक्शन किया जाता है पर हाले तक प्रोग्राम सानू पैसे नहीं मिले। कृपा करके तां ही असीं पिंड दे होर तरक्की कर सकते हैं कि सरकार साडा खास तौर पर ख्याल रखे। मैं पिंड की पंचायत के वालों बूटा सिंह जी नंबरदार आप जी के सानू एक बेनती करता हाँ ये जो प्रोग्राम है सरदार इकबाल सिंह जी नंबरदार साडे बैठे हैं सामने उन्होंने बहुत ही उदम सत्कार सारे प्रोग्राम इतने निपरे करते हैं। मैं तुहानू इत्थे पहुंचे ते जैन करते हाँ। हुण बच्चे एक कल डांस गीत दीक्षा एक डांस गीते डांस करना है तो उन्होंने बाद फिर SDM साहब आप जी संबोधन होंगे। उस तो पहला 2 मिनट की एल्बम है बेटी दीक्षा एक डांस गीते डांस करूँगी। उन्होंने बाद फिर SDM साहब आप जी संबोधन होंगे क्योंकि इन्हों को समय बहुत घट है। Sonia,
ਤਰੱਕੀ ਆਉਂਦੀ ਹੀ ਹੈ। ਸੋ ਮੈਂ ਆਪਣੇ ਬੜੇ ਭਾਗ ਚੰਗੇ ਹਨ ਕਿ ਆਪਣੇ ਐਸਡੀਐਮ ਸਾਹਿਬ ਸ਼੍ਰੀ ਬਰਾਜ ਜੀ IAS ਅਫਸਰ ਹਨ। ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰਨੀ ਹੈ ਤਰੱਕੀ ਬਣ ਕਰਕੇ। ਮੇਰਾ ਖਿਆਲ ਹੈ ਕਿ ਚੀਫ ਸੈਕਟਰੀ ਉਹਦੇ ਤੱਕ ਜਾ ਕੇ ਰਿਟਾਇਰ ਹੋਣਗੇ। ਬੜੇ ਇਮਾਨਦਾਰ ਅਫਸਰ ਆਪਾਂ ਨੂੰ ਇਹੋ ਜਿਹੇ ਮਿਲੇ ਹਨ। ਇਹਨਾਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਵੀ ਹੈ, ਕਿਉਂਕਿ ਜਦੋਂ ਦੀ ਬੰਗਾ ਤਹਿਸੀਲ ਬਣੀ ਹੈ ਇੱਥੇ ਅਫਸਰ ਵਧੀਆ ਤੋਂ ਵਧੀਆ SDM ਸਾਹਿਬ ਲੱਗ ਰਹੇ ਹਨ। SDM ਸਾਹਿਬ ਆਪ ਹੀ ਸਾਨੂੰ ਹੋਣਗੇ। ਇੱਕ ਕੇਕ ਦੀ ਰਸਮ ਕੀਤੀ ਜਾਣੀ ਹੈ, ਬੇਟੀ ਬਚਾਓ ਬੇਟੀ ਪੜ੍ਹਾਓ। ਉਸ ਤੋਂ ਬਾਅਦ 5 ਬੱਚਿਆਂ ਨੂੰ ਸਨਮਾਨ ਕੀਤਾ ਜਾਣਾ ਹੈ। ਉਸ ਤੋਂ ਬਾਅਦ ਫਿਰ SDM ਸਾਹਿਬ ਸੰਬੋਧਨ ਹੋਣਗੇ। ਫਿਰ ਉਹਨਾਂ ਨੇ ਚਲੇ ਜਾਣਾ ਹੈ। ਫਿਰ ਆਪਾਂ ਅਗਲਾ ਪ੍ਰੋਗਰਾਮ ਆਪਾਂ ਬਾਕੀਆਂ ਨੂੰ ਸਨਮਾਨ ਕਰਾਂਗੇ, ਕਿਉਂਕਿ ਅਫਸਰਾਂ ਦੇ ਕੋਲ ਸਮਾਂ ਬਹੁਤ ਘੱਟ। सारे यूनिवर्सिटी ऑल द जर्नलिस्ट ਤੇ ਪਿਆਰੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਰਵੀ ਸਿੰਘ, ਮੈਂ ਬਲਾਕ ਐਕਸਟੈਂਸ਼ਨ ਐਜੂਕੇਟਰ ਹਾਂ CSE ਮੁਕੰਦਪੁਰ ਦੇ ਵਿੱਚ। ਤੇ ਮੈਂ ਬੜਾ ਥੈਂਕਫੁਲ ਹਾਂ CDPO ਮੈਡਮ ਦਾ। ਅੱਜ ਉਹਨਾਂ ਨੇ ਬੇਟੀ ਬਚਾਓ ਬੇਟੀ ਪੜਾਓ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਸਾਨੂੰ ਇਨਵਾਈਟ ਕੀਤਾ। ਅਕਸਰ ਇਹ ਚੀਜ਼ ਦੇਖਣ ਨੂੰ ਆਉਂਦੀ ਹੈ, ਅੱਜ ਬੜਾ ਅੱਛਾ ਪ੍ਰੋਗਰਾਮ ਹੋ ਰਿਹਾ ਹੈ और देखने को बड़ा अच्छा लग रहा है कि सारी लेडीज आई हुई हैं। जितना आजकल माहौल चल रहा है, कभी भी बेटी बचाओ प्रोग्राम होवे वो जो बॉयज को जरूर बुलाओ, मर्दां को जरूर बुलाओ। नवरात्रे होंदे ना, असली करते अगे पीछे से कभी कुड़ियां को पुछदे नवरात्रे वाले ते या गजका वाले ते असली कुड़ियां को बुला लेंदे हैं। आज कोई देखने को मिल रहा है कि कुड़ियां इत्थे बैठी हुई हैं। जरूरत है समाज को थोड़ी सोच चेंज करने की। कभी भी तुसी कोई प्रोग्राम कराओ तो विच बॉयज जरूर रखो, क्योंकि जो आजकल का माहौल चल रहा है ਉਹਦੇ ਵਿੱਚ ਲੜਕੀਆਂ ਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ ਹੈ, ਲੜਕਿਆਂ ਨੂੰ ਸਮਝਾਉਣ ਦੀ ਲੋੜ ਹੈ। ਪ੍ਰੋਬਲਮ ਕੀ ਹੈ? कुछ कहना है कि मैं ऑफ कोर्स मैं थोड़ा डिस्कस नहीं करूंगा, लेकिन कुछ न्यूज़पेपर से पढ़ते हो कि हर एक औरत यही कहती है कि बेटी को समझाओ तो पहले बेटे को समझाओ कि तुसी सोसाइटी ਦੇ ਵਿੱਚ ਔਰਤ ਨਾਲ ਕਿਦਾਂ ਬਿਹੇਵ ਕਰਨਾ ਹੈ। ਹਰੇਕ ਦੇ ਘਰ ਉਹਦੀ ਮਾਂ ਹੈਗੀ ਹੈ, ਉਹਦੀ ਭੈਣ ਹੈਗੀ ਹੈ, ਉਹਦੀ ਬੇਟੀ ਹੈਗੀ ਹੈ, लेकिन ਜਦੋਂ ਸੈਕਿੰਡ ਲੇਡੀ ਨੂੰ ਦੇਖਦਾ ਜਿਹਨੂੰ ਜਾਣਦਾ ਨਹੀਂ ਗਿਆ
मिसबिहेव करता है बहुत ही गलत है। ਜਿਹੜਾ ਮਰਦ ਹੈ ਉਹ ਹਮੇਸ਼ਾ ਕੋਈ ਨਾ ਸੋਸਾਇਟੀ 'ਚ ਆਪਣਾ ਨੂੰ ਬਲਵਾਨ ਸਮਝਿਆ ਆਇਆ, ਉਹਨੂੰ ਉਹ ਲੱਗਦਾ ਹੈ ਕਿ ਮੈਂ ਕਰ ਸਕਦਾ, ਔਰਤ ਨਹੀਂ ਕਰ ਸਕਦੀ। ਮੈਂ ਇਸ ਹੈਲਥ ਡਿਪਾਰਟਮੈਂਟ ਤੋਂ ਪਹਿਲੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਦਾ ਸੀਗਾ। ਤੁਹਾਨੂੰ ਮੈਂ ਦੱਸੂਗਾ ਕਿ ਜਦੋਂ ਮੈਂ ਹੈਲਥ ਡਿਪਾਰਟਮੈਂਟ 'ਚ ਆਇਆ ਉਦੋਂ ਦੇਖ ਕੇ ਆਈ ਵਾਸ ਰੀਅਲੀ ਹੈਪੀ ਕਿ ਇੱਥੇ ਜਿਹੜੀ ਆਸ਼ਾ ਵਰਕਰਸ ਹੈ ਉਹ ਸਾਰੀ ਔਰਤਾਂ, ਜਿਹੜੀ ਆਸ਼ਾ ਫੈਸਿਲਿਟੇਟਰਸ ਹੈਗੇ ਉਹ ਵੀ ਲੇਡੀਜ਼, ਸਾਡੇ ਕਾਫੀ ਡਾਕਟਰਸ ਹੈਗੇ ਆ ਉਹ ਵੀ ਲੇਡੀਜ਼, ਸਟਾਫ ਨਰਸਿਸ ਉਹ ਵੀ ਲੇਡੀਜ਼, ਆਂਗਣਵਾੜੀ ਵਰਕਰਸ ਉਹ ਵੀ ਲੇਡੀਜ਼। ਤੁਸੀਂ ਆਉਣ ਵਾਲੇ ਟਾਈਮ 'ਚ ਦੇਖਿਓ ਜਿਹੜਾ ਮਰਦ ਹੈ ਨਾ ਐਕਚੁਅਲ 'ਚ ਉਹਨੇ ਕੈਨੇਡਾ ਬੈਠੇ ਹੋਣਾ, ਕੈਨੇਡਾ 'ਚ ਬੈਠੇ ਹੋਣਾ ਜਾਂ ਅਮਰੀਕਾ 'ਚ ਬੈਠੇ ਹੋਣਾ, ਔਰ ਪੰਜਾਬ ਤੇ ਭਾਰਤ ਨੂੰ ਸੰਭਾਲਣ ਵਾਲੀ ਸਿਰਫ ਹੋਣੀ ਹੈ ਔਰਤਾਂ, ਕਿਉਂਕਿ ਔਰਤਾਂ ਹੀ ਹਿੰਮਤੀ ਹੈਗੀਆਂ। ਉਹ ਆਪਣੇ ਪਰਿਵਾਰ ਨੂੰ ਵੀ ਸੰਭਾਲਦੀਆਂ, ਉਹ ਆਪਣੇ ਸਮਾਜ ਨੂੰ ਵੀ ਸੰਭਾਲਦੀਆਂ, ਆਪਣੀ ਜੌਬ ਵੀ ਦੇਖਦੀਆਂ ਤੇ ਆਪਣਾ ਦੇਸ਼ ਵੀ ਦੇਖਦੀਆਂ। ਮਰਦ ਬਹੁਤ ਅੱਜ ਦੇ ਟਾਈਮ 'ਚ ਸੈਲਫਿਸ਼ ਹੋ ਗਿਆ, ਉਹਨੂੰ ਸਿਰਫ ਆਪਣਾ ਹੀ ਚਾਹੀਦਾ ਹੈ, ਉਹਨੂੰ ਹੋਰ ਕਿਸੇ ਦੀ ਕੋਈ ਫਿਕਰ ਨਹੀਂ ਹੈ। ਐਟ ਦ ਐਂਡ ਮਰਦ ਨੂੰ ਨਾ ਆਪਣੀ ਵਾਈਫ ਦੀ ਫਿਕਰ ਹੁੰਦੀ ਹੈ ਨਾ ਆਪਣੀ ਮਦਰ ਦੀ ਫਿਕਰ ਹੁੰਦੀ ਹੈ। ਇੱਕ ਔਰਤ ਜਿਹਦਾ ਵਿਆਹ ਹੋਇਆ ਹੁੰਦਾ ਹੈ ਉੱਥੇ ਜਾ ਕੇ ਵੀ ਆਪਣੀ ਕੇਅਰ ਕਰਨੀ ਹੁੰਦੀ ਹੈ ਆਪਣੇ ਪੇਰੈਂਟਸ ਦੀ। ਮੈਂ ਸਹੀ ਬੋਲ ਰਿਹਾ ਨਾ? ਤੁਸੀਂ ਦੇਖੋ ਕਿ ਇਸ ਵੇਲੇ ਟਾਈਮ ਆ ਗਿਆ ਕਿ ਅਸੀਂ ਹਰ ਔਰਤ ਨੂੰ ਰਿਸਪੈਕਟ ਮਿਲ ਗਈ ਹੈ। ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈਗਾ ਕਿ ਸਾਡੇ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਹਰ ਹਫ਼ਤੇ ਮਮਤਾ ਦਿਵਸ ਹੁੰਦਾ ਹੈ, ਹਰ ਬੁੱਧਵਾਰ ਨੂੰ ਮਮਤਾ ਦਿਵਸ ਹੁੰਦਾ ਹੈ ਤੇ ਅਸੀਂ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਕਰਦੇ ਹਾਂ, ਜਿੱਥੇ ਕਿ ਅਸੀਂ ਜਾਣਕਾਰੀ ਇਹ ਦਿੰਦੇ ਹਾਂ ਕਿ ਬੇਟੀਆਂ ਨੂੰ ਅੱਛੀ ਸਿੱਖਿਆ ਦੇਣੀ ਚਾਹੀਦੀ ਹੈ। ਮੈਂ ਮੇਰੀ ਤੁਹਾਡੇ ਸਾਰਿਆਂ ਨਾਲ ਗੁਜ਼ਾਰਿਸ਼ ਹੈ ਕਿ ਤੁਹਾਡੇ ਦਾ ਜਦੋਂ ਬੇਟੀ ਹੁੰਦੀ ਨਾ, ਇੱਕ ਔਰਤ ਨੂੰ ਉਸ ਬੇਟੀ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਮੇਰੇ ਘਰ ਇੱਕ ਬੱਚਾ ਹੋਵੇ। ਅੱਜ ਦਾ ਜਿਹੜਾ ਵਕਤ ਹੈ ਉਹਦੇ ਵਿੱਚ ਇੱਕ ਜਾਂ ਦੋ ਬੱਚੇ ਹੋਣੇ ਚਾਹੀਦੇ, ਉਸ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ, ਔਰ ਇਹ ਸੋਚਣਾ ਚਾਹੀਦਾ ਕਿ ਉਹਨਾਂ ਦੀ ਸਿਹਤ ਚੰਗੀ ਹੋਵੇ। ਦੈਟਸ ਇਟ। ਤੁਹਾਡੇ ਦਿਮਾਗ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਆਣੀ ਚਾਹੀਦੀ, कभी भी इस दिमाग में ये ना सोचो कि मेरे घर में बेटा हो, मेरे घर में बेटी ना हो। अब बेटे के लालच में मतलब यू कैन गो फॉर 1 2 3 4 बच्चे रहते हैं, बेटा जब तक ना हो बेटियां होती रहती हैं, वो पॉपुलेशन भी इंक्रीज करते हैं, उसके बाद ਤੁਸੀਂ ਉਹਨਾਂ ਦੀ ਕੇਅਰ ਨਹੀਂ ਕਰ ਪਾਉਂਦੇ। ਜ਼ਰੂਰਤ ਹੈ ਇੱਕ ਬੱਚਾ ਹੋਵੇ, ਦੋ ਬੱਚੇ ਹੋਣ, ਉਹਨਾਂ ਦੀ ਹੈਲਥ ਠੀਕ ਹੋਵੇ, ਉਹਨਾਂ ਦੀ ਪਰਵਰਿਸ਼ ਅੱਛੀ ਕਰੋ, ਉਹਨਾਂ ਨੂੰ ਪੜਾਓ ਅੱਛਾ। ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਨਾ? ਬੇਟੇ ਨੇ ਤੁਹਾਡੇ ਕੋਲ ਰਹਿਣਾ ਪੇਰੈਂਟਸ ਦੇ ਕੋਲ, ਨਾ ਬੇਟੀ ਨੇ ਰਹਿਣਾ। दोनों ने आज के टाइम के ਵਿੱਚ मूव कर जाना जॉब लेके, राइट? कभी ना सोचो कि मेरी जायदाद का वारिस होना चाहिए। पर अगर जब बंदा मर जाता है तब तो फोन करता, कभी मैं अक्सर अपने आशा फैसिलिटेटर गल करता, कभी किसी को फोन आया तो कि हाँ जी कहता मेरा घर का ख्याल रखना, मेरे खेतों का ख्याल रख रहे हो, मेरी आया नहीं। जो बंदा मर गया वो खत्म, इट्स ओवर। ਉਹਨੂੰ ਕੁਝ ਨਹੀਂ ਪਤਾ ਉਹਦੀ ਜਾਇਦਾਦ ਕੌਣ ਦੇਖ ਰਿਹਾ ਹੈ, ਉਹਦਾ ਵਾਰਿਸ ਕੌਣ ਹੈ। ਕਦੀ ਨਾ ਸੋਚੋ ਕਿ ਸਾਡੇ ਘਰ ਵਾਰਿਸ ਬੇਟਾ ਹੋਣਾ ਚਾਹੀਦਾ, ਵਾਰਿਸ ਤੁਹਾਡੀ ਬੇਟੀ ਵੀ ਹੈ। ਸੋਚ ਨੂੰ ਬਦਲੋ, ਦੈਟ ਇਜ਼ ਰਿਕੁਆਇਰਡ। ਦੂਸਰਾ, ਜਿਹੜੀ ਔਰਤ ਦੇ ਘਰ ਔਰਤ ਹੁੰਦੀ ਹੈ, ਲੜਕੀ ਜਦ ਪੈਦਾ ਹੁੰਦੀ ਹੈ, ਉਹ ਕਦੀ ਮਰਦ ਨਹੀਂ ਕਹਿੰਦਾ ਕਿ ਮੈਨੂੰ ਬੇਟਾ ਚਾਹੀਦਾ ਹੈ। ਉਹਦੀ ਮਦਰ ਇਨ ਲਾ ਜਾਂ ਉਸ ਕੁੜੀ ਦੀ ਮਦਰ ਫੋਨ ਕਰਦੀ ਹੈ ਕਿ ਇੱਕ ਹੋਰ ਟਰਾਈ ਕਰਨਾ ਕਿ ਮੇਰਾ ਬੇਟਾ ਹੋ ਜਾਏ। ਪਤਾ मेरी अपनी एक 9 साल की बेटी है और मैं कभी नहीं सोचा कि मेरा दूसरा बच्चा होना चाहिए। मुझे लगता है कि एक बेटा एक बेटी है, मैं एक को ही पढ़ाऊंगा और एक को ही अच्छी परवरिश करूंगा, उन्हें अच्छी जॉब लगाऊंगा। दैट इज और चाहिए भी ये लाइफ के ਵਿੱਚ यही सोच ਤੁਹਾਡੀ ਸਾਰਿਆਂ ਦੀ ਚਾਹੀਦੀ। किसी ने ਇੱਥੇ किसी ਨੂੰ ਕੁਝ ਨਹੀਂ ਦੇ ਕੇ ਜਾਣਾ, ठीक है? सारा कुछ पीछे रह जाना है। बेटियां है ये तो बहुत खुशी की गल है। एक बेटी ਤੁਸੀਂ देखिया, मैं देखिया आज साडी कोई वर्कशॉप हो रही थी, शुभंदा मैडम साडे आशा फैसिलिटेटर है, सवेरे घर का काम करके आए, ठीक है? तो उसे वर्कशॉप से अटेंड करन गए। वर्कशॉप तो अटेंड करने के बाद वो मेरे नाल इत्थे आए हुणे। इस तो बाद इन्होंने फिर उत्थे जाना मेरे नाल वर्कशॉप से। आफ्टर दैट इन्होंने घर का काम भी देखना, दोपहर का रात तक औरत का काम देख लो। मैं तो कुछ नहीं करता, सवेरे नहा धो के आ गया। मेरी इजीनेस देखो और उन्होंने टफनेस देखो। एक औरत की औरत मल्टीपल काम कर सकती है, मर्द नहीं कर सकता। एक हिम्मत देखो औरत की। सिर्फ औरत सोच चेंज कर ले, बट इतने काफी सस्सा बैठी होनी है, मदर लॉस बैठी होनी है। कभी भी अपनी डॉटर इन लॉ को, कभी भी अपनी नूह को फोर्स ना करो बेटे ने। ये मेरी काफी हाथ जोड़ के रिक्वेस्ट है। हर घर के विच यही कहानी चलती है, एक मदर इन लॉ या कुड़ी दी मदर ने फोर्स करती तेरे घर बेटा होना चाहिए। एक कभी सोच ना, राइट? मैं चाहता
पॉजिटिव गल्लां लेके चलो और रिक्वायर्ड है। मैं ज़्यादा टाइम नहीं लूँगा ਤੁਹਾਡਾ मैं एक और रिक्वेस्ट करूँगा कि ਸਾਡੇ ਮੁਕੰਦਪੁਰ हॉस्पिटल ਦੇ ਵਿੱਚ कोविड-19 ਦੇ ਟੈਸਟ ਹੁੰਦੇ ਆ, ਚਾਹੇ ਉਹ ਸੰਡੇ ਹੋਵੇ ਚਾਹੇ ਉਹ ਛੁੱਟੀ ਦਾ ਦਿਨ ਹੋਵੇ, ਰੋਜ਼ ਮਾਰਨਿੰਗ ਉੱਥੇ ਟੈਸਟ ਹੁੰਦੇ ਆ। ਤੁਹਾਡੇ ਵਿੱਚੋਂ ਕੋਵਿਡ ਦੇ ਟੈਸਟ ਕਿੰਨੇ ਨਹੀਂ ਕਰਵਾਏ? ਹੱਥ ਖੜਾ ਕਰੋ। किन्ने कोरोना वायरस के टेस्ट नहीं करवाए? बहुत नहीं करवाए ने। सीएससी मुकादमपुर दे विच रोजाना उत्ते कोरोना वायरस के टेस्ट होंदे हैगे आ, तुसी उत्थे सवेरे आके टेस्ट कराओ। छोटा बच्चा होगा उन्हें भी लेके आओ, बुजुर्ग है उन्हें भी लेके आओ, अपने सैंपल जरूर करवाओ। ठीक है जी, धन्यवाद मैडम। मैं थैंक्स फॉर वंस अगेन सीडीपीओ मैडम एंड मोस्ट इंपॉर्टेंटली एसडीएम सर। थैंक यू अपने विचार के नाल ਆਪਾਂ ਨੂੰ ਸੱਦਾ ਦਿੱਤਾ ਹੈ ਕਿ ਕੋਵਿਡ-19 ਦੇ ਜੋ ਟੈਸਟ ਹਨ ਮੁਕਾਦਮਪੁਰ ਹਸਪਤਾਲ ਚੱਲ ਰਹੇ ਹਨ, ਜਿਨ੍ਹਾਂ ਨੂੰ ਵੀ ਲੋੜ ਹੋਵੇ ਉਹ ਆਪਣੇ ਟੈਸਟ ਕਰਾ ਸਕਦਾ ਹੈ। ਮੈਂ ਹੁਣ ਬਹੁਤ ਹੀ ਸਤਿਕਾਰਯੋਗ ਬੜੇ ਨਿਮਰਤਾ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਐਸਡੀਐਮ ਮੰਗਾ ਜੀ ਬਰਾੜ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪ ਇਹ ਸੰਬੋਧਨ ਹੋਣਗੇ। ਐਸਡੀਐਮ ਸਾਹਿਬ ਮੰਗਾ ਜੀ ਬਰਾੜ ਜੀ। मौजूद सारे सरकारियों अतिथिगण तथा सारे प्रियवासी आदाब, मैं धन्यवाद करता हूँ कि उन्होंने मुझे इतने बुलाया। इस मौके पे इंटरनेशनल गर्ल्स चाइल्ड डे, उससे पहले हरप्रीत जी ने बहुत ही बढ़िया आपको गाइडेंस दिया। मैं फिर भी उसमें कुछ ऐड करना चाहूँगा। सबसे पहले बेटी दीक्षा का मैं कॉन्ग्रेचुलेशन करना चाहूँगा, बहुत ही बढ़िया डांस किया उन्होंने। और इस डे को हम क्यों सेलिब्रेट कर रहे हैं ये पहले हमें जानना पड़ेगा, इसकी ज़रूरत क्यों पड़ी। इसका मेन वजह है सेक्स रेशो। सारा देश विश्व में ज़्यादा देश है। एंशिएंट पीरियड में भी आप देखेंगे कि लेडीज प्रोमिनेंट रोल में थी सोसाइटी में। जैसे ऋषि गांधी का नाम सुना होगा, सुल्तान रजिया का नाम सुना होगा। इंडिपेंडेंस स्ट्रगल में भी रानी झांसी की रानी थे, कमला नेहरू हो गई, और भी महिलाओं ने बहुत इम्पोर्टेंट थे, सिग्निफिकेंट रोल अदा किया। तो आज के ज़माने में हमें क्यों ये ज़रूरत पड़ी? हमारे समाज में कुछ कुरीतियाँ आ गई, कुछ बैड प्रवृत्तियाँ आ गई। जैसे मैम ने बताया, चाइल्ड मैरिज हो गया, डाउरी सिस्टम हो गया, सेक्सुअल हरासमेंट हो गया, डोमेस्टिक वायलेंस हो गया, प्रेफरेंस फॉर मेल चाइल्ड हो गया। इसकी वजह से बहुत सी अनबॉर्न गर्ल चाइल्ड, मिसिंग गर्ल चाइल्ड बोलते हैं, जिसको जिन बच्चियों को हमारा पुरुष सत्ता, मेल डोमिनेंट समाज जन्म ही नहीं लेने देता। इतना खराब है हमारा समाज, उन बच्चियों को हम जन्म ही नहीं लेते, उनको अधिकार ही नहीं देते जन्म लेने का। इसकी वजह से हमारा सेक्स रेशियो बहुत घट गया है। अगर हम नॉर्मली देखें तो अगर 1000 बच्चियाँ 1000 लड़के जन्म लेते हैं, उन्होंने पीछे 1000 लड़कियाँ भी जन्म लेती है। ये नेचर का लॉ है। और इसमें एक एडिशन है कि गर्ल्स चाइल्ड का सर्वाइवल रेट ज़्यादा है एज कम्पेयर टू मेल्स। सो अगर हम देखें तो सेक्स रेशियो शुड बी मोर देन 1000 से ज़्यादा होना चाहिए। और यही कंडीशन सारी डेवलप कंट्रीज में, स्कैंडिनेवियन कंट्रीज बोलते हैं, नॉर्वे, स्वीडन, स्पेशली ईस्टर्न रशिया, इसमें देखिए सेक्स रेशियो 1000 से ज़्यादा है। इसका कारण क्या है? इसका मेन रीज़न है एजुकेशन। वहाँ का एजुकेशन और हेल्थ वो डिफर नहीं कर सकते कि ये मेरा बच्चा है, ये मेरी कुड़ी है, तो मैं लड़के को ज़्यादा प्रेफरेंस दूँगा। वो सारे को इक्वली ट्रीट करते हैं। तो हमें भी इस तरह पे जाना पड़ेगा। अगर आप देखिए आज के समाज में जनरली बोलते हैं कि लड़कियाँ, जनरल समाज की सोच ऐसी है कि लड़कियाँ कमज़ोर है लड़कों से। ऐसा कुछ भी नहीं है। आप किसी भी फील्ड में देखिए, फिल्म इंडस्ट्री में देखिए, इंडस्ट्रियल कॉमर्स में देखिए, पॉलिटिक्स में देखिए, स्पोर्ट्स में देखिए, इवन स्पेस जो एस्ट्रोनॉट है उनमें भी देखिए, सुनीता विलियम्स है, कल्पना चावला है, जो यानी स्पेस पर जा चुकी है। ऐसी महिलाएं हमारे पास है। ऐसे एग्जाम्पल होते हुए भी हम
टेस्ट नहीं कीजिए, सारे एग्जाम में लड़कियां लड़कों से आगे हैं। इसका बेस्ट एग्जाम्पल है हमारे डिस्ट्रिक्ट की मुखिया डीसी मैम डॉक्टर शीना अग्रवाल। उन्होंने उनके ज़माने में यूपीएससी में जो IAS बनने के लिए एग्ज़ाम होती है पूरे देश में पहली रैंक हासिल की थी। ये बहुत बड़ी अचीवमेंट है। अगर वो कर सकती है तो हम क्यों नहीं कर सकते? अगर वो कर सकती है तो वो क्यों कर सकती है? इसके रीज़न हमें भी जानना जरूरी है। उनके पेरेंट्स ने उनको सपोर्ट किया, उनके फैमिली ने उनको सपोर्ट किया। तो मैं चाहूँगा कि यही वैल्यूज, यही आदर्श आप सब फॉलो करेंगे। दूसरी बात, हरप्रीत जी ने बताया कि जो गर्ल चाइल्ड होती है उनकी परवरिश में जो डिफरेंस आता है उसके लिए मेन रिस्पॉन्सिबल उनके घर के होते हैं, स्पेशली मेल्स, जो उनको गर्ल चाइल्ड को थोड़े नेगेटिव नज़र से देखते हैं। तो ये समाज की जो बेसिक सोच है उसको चेंज करने की बहुत लोड़ है। गर्ल्स की या फिर माता पिता मदर हो गई, उनकी मदर इन लॉ, अगर नूह है तो उनकी मदर इन लॉ हो गई, बहन हो गई, बड़ी बहन, इन्होंने भी एक दूसरे को सपोर्ट करना बहुत ज़रूरी है। इसी के साथ मैं सबको ब्राइट फ्यूचर की शुभकामनाएं लेकर और थैंक यू वेरी मच। और मैं मैडम जी एजुकेशन मैडम ने बेनती करूँगा कि असली साहब का सम्मान किया जाए। देखिए सर, पंचायत नंबर सारे आ जाए। सही थोड़ा हाँ जी सर, नंबर आ जी। मैडम जगजीत कौर जी है ना? श्री हरप्रीत सिंह जी हेल्थ डिपार्टमेंट प्लीज। अभी जो स्टूडेंट्स हैं पार्टिसिपेंट कर लो, प्लीज सामने आ जाए। दीक्षा दीक्षा ने बहुत सुंदर डांस निष्ठा से गा। यस बेबी। अच्छा प्लीज जल्दी आ जाओ। रावत गुरनूर यस सर। राहत वर्दी
ਸਨਮਾਨਿਤ ਕੀਤਾ ਜਾਏਗਾ। मैं मास्क प्लीज एक मिनट अभी सुपरवाइजर मैम मास्क का ਸਾਡੇ ਸਟੇਜ ਸੈਕਟਰੀ ਆਪਦੇ ਲੰਬੜਦਾਰ ਭਗਤ ਸਿੰਘ ਜੀ ਕੋਈ ਨਹੀਂ ਹਾਲ ਸਾਡੇ ਸਰਕਾਰੀ ਸਕੂਲ ਦੇ ਬਹੁਤ ਹੀ ਸਤਿਕਾਰਯੋਗ ਟੀਚਰ ਮੈਡਮ ਸੁਦੇਵ ਜੀ ਤੇ ਮੈਡਮ ਰਣਜੀਤ ਕੌਰ ਨੂੰ ਕੀਤਾ ਜਾਣਾ ਹੈ। ਐਸਡੀਐਮ ਸਾਹਿਬ ਵੱਲੋਂ ਸਨਮਾਨ ਕਰਾਇਆ ਜਾਣਾ ਮੈਡਮ ਸੁਦੇਸ਼ ਤੇ ਮੈਡਮ ਮਨਜੀਤ ਕੌਰ ਜੀ। ਲਗਾਤਾਰ ਇਨਵਾਸ ਦੇ ਪਹਿਲਾਂ ਸਮਾਪਤ ਲੈਣਾ ਸੁਦੇਸ਼ ਰਾਮਾ ਜੀ कौन सा क्रिकेट मास्क ला लो मास्क ला लो हाँ जी बस तुम्हारे आगे कुछ भी पाली कर दो मतलब तो प्रोग्राम की समाप्ति है। सारा का नाम बने वाहिगुरू जी का खालसा